नौ नु रोवा मैं की करा मैं अब मर रही हूं। बेटी भी गई और बहू भी गई। वो भी गई मेरी आरती जड़ी ना जद निकलती पई मैं एक बहुत बड़ी पई मेरा अल्लाह तो सवार है सी मेरी बच्ची मेरी रोटी ला के देती मैं दुध दोण मरियम नवाज कित्थों पावां या तू आके तेनू फाल है तू सारा कुछ कर मेरी गाल सुन ते इंदी मां मेरे तो वड्डी हो की पूछेगी मेरी मां नु की दे कंज होया की मरी हैगी या की कीता गया मैं की जवाब दें सानू कहंदे ने कि तुसी चोरी करदे जे डकेट जे नशा करदे जे कोई नशा नहीं करदी असी जे नशा करे तो वीडियो दे विच ठीक ठाक टुर ते ले जा रहे ना नशा करे ते आदमी डिग पैंदा जो चोरी करदियां पियां ने या कोई डकेटी करदी फिर सानू दसन ना उन्हां नूं सजा देवन उन्हां नूं मारन ता ना उन्हां कहा कि तुहाडी बच्चियां इधर पकड़ियां होईयां ने मल्ले वाले ने उन्हां ते चोरी दा इल्जाम लगाया तुसी आके छुड़ा जाओ ਅਸੀਂ ਉੱਥੇ ਗਏ ਆ ਛੁਡਾਉਣ ਵਾਸਤੇ ਕਿਸੇ ਹੋਰ ਦੀ ਐਫਆਈਆਰ ਉਹਨਾਂ ਸਾਨੂੰ ਪਕੜਾ ਦਿੱਤੀ ਕਿ ਤੁਹਾਡੀ ਕੁੜੀਆਂ ਵਕੀਲ ਕਰੋ ਤੇ ਸਵੇਰ ਜੇਲ੍ਹ ਅਸੀਂ ਭੇਜ ਦਿੱਤੀਆਂ ਸਵੇਰ ਆ ਜਾਣਗੀਆਂ ਜਦੋਂ ਅਸੀਂ ਇੱਥੇ ਘਰ ਆਏ ਤੇ ਫਿਰ ਬਾਅਦ ਵਿੱਚ ਫੋਨ ਆ ਗਿਆ ਕਿ ਤੁਹਾਡੀ ਬੱਚੀਆਂ ਦੀ ਡੈਥ ਹੋ ਗਈ ਤੁਸੀਂ ਹਸਪਤਾਲ ਵਿੱਚ ਆਪਣੀ ਬੱਚੀਆਂ ਦੀ ਸਾਨੂੰ ਪਹਿਲਾਂ ਇਹਨਾਂ ਨੇ ਇਹ ਦੱਸਿਆ ਕਿ ਬੱਚੀਆਂ ਨਸ਼ਾ ਕਰਦੀਆਂ ਫਿਰ ਆਂਦੇ ਨਾਲ ਹਾਰਟ ਅਟੈਕ ਨਾਲ ਫੌਤ ਆਈਆਂ ਤੇ ਹਾਰਟ ਅਟੈਕ ਨਾਲ ਦੋਨਾਂ ਨੂੰ ਮਤਲਬ ਇਕੱਠਾ ਹੀ ਹਾਰਟ ਅਟੈਕ ਹੋਇਆ ਇੱਕ ਨੂੰ ਹੋਵੇ ਹਾਰਟ ਅਟੈਕ ਦੋਨਾਂ ਨੂੰ ਤਾਂ ਨਹੀਂ ਹੋ ਸਕਦਾ ਨਾ ਜਦੋਂ ਅਸੀਂ ਗਏ ਨਾ ਹਸਪਤਾਲ ਉਹਨਾਂ ਨੂੰ ਬਾਡੀ ਚੈੱਕ ਕਰਨ ਵਾਸਤੇ ਇੱਕ ਬੱਚੀ ਦੇ ਨਿਸ਼ਾਨ ਹੈਗੇ ਸੀ ਚਿਹਰੇ ਤੇ ਤੇ ਜਿਹੜੀ ਨਿਸ਼ਾਨ ਕਿਸ ਚੀਜ਼ ਦੇ ਸੀ ਨੀਲ ਹੈਗੇ ਸੀ ਇੱਥੇ ਚਿਹਰੇ ਤੇ ਕੰਨਾਂ ਉੱਤੇ ਨੀਲ ਹੈਗੇ ਸੀ ਤੇ ਜਿਹੜੀ ਆਮਨਾ ਸੀ ਨਾ ਉਹਦੇ ਮੂੰਹ ਨਾਕੀ ਚ ਖੂਨ ਹੋਏਗਾ ਸੀ ਤੇ ਮੂੰਹ ਉੱਤੇ ਸਾਰਾ ਜਾ ਰਿਹਾ ਸੀ ਬੱਚੀ ਇੱਕ ਦੇ ਕੱਪੜੇ ਵੀ ਫੱਟੇ ਹੋਏ ਸੀ ਅਨਮੋਲ ਦੇ ਸਾਨੂੰ ਕਹਿੰਦੇ ਕਿ ਇਹ ਜਿਹੜਾ ਨਾ ਮੱਲੇ ਵਾਲਿਆਂ ਨੇ ਜਿਹੜਾ ਨਾ ਉਹਨਾਂ ਨੂੰ ਮਾਰਿਆ ਤੁਸੀਂ ਜਦੋਂ ਆਪਣੀ ਬੇਟੀ ਨੂੰ ਦੇਖਿਆ ਹੀ ਨਹੀਂ ਕਿ ਦੋਨੋਂ ਬੱਚਿਆਂ ਨੂੰ ਦੇਖਿਆ ਫੌਤ ਹੋਣ ਤੋਂ ਬਾਅਦ ਨਾ नहीं देखा ਸਾਨੂੰ सानू उन्होंने दिखाया नहीं इन्नी भारी नफरी सी ना बहुत ज्यादा ਨਾਲ ਲਾਸ਼ਾਂ ਦੇ ਨਾਲ ਵੀ ਇੱਕ ਦੋ ਪੁਲਿਸ ਵਾਲੇ ਸੀ ਮੈਂ ਬੜੀ ਮਜਬੂਰ ਮੈਨੂੰ ਇਨਸਾਫ ਚਾਹੀਦਾ इंसाफ मांग किससे रही है इंसाफ देने वाले खुद दरिंदे बने हुए हैं अनमोल और आमना की वालदा हमारे साथ मौजूद है ये अनमोल के शौहर हमारे साथ मौजूद है ये अनमोल की मासूम बच्ची हमारे साथ मौजूद है जिसकी माँ इससे छीन ली गई ये क्या मामलात है इनकी बेटियों पर इल्जाम था कि वो डकैत थी वो चोर थी डकैती के दौरान जो है वो वहां से गिरफ्तार हुई हैं और उनको वहां पे लोगों ने मारा लोगों ने उन पर तशद्दुद किया जिसकी वजह से वो हल्की फुल्की जख्मी हुई और पुलिस उनको वहां पे लेके गई और फिर नशे की ओवरडोज की वजह से उन दोनों को पुलिस स्टेशन ले जाते हुए वहीं पे रास्ते में दम तोड़ गई अब देखना ये है कि जो चोर और डकैत होते हैं क्या उनके इस तरह से खेमे लगे होते हैं उनकी अपने घर ना सही लेकिन उनकी कम से कम छत तो होती है किराए का घर हो या जो भी हो ये इस तरह से ना फिर रहे हो यहाँ पे गलाजत है ये आप देख सकते हैं इनके छोटे छोटे बच्चे यहाँ पर है यहीं पे पल रहे हैं तो ये इनसे जानते हैं कि इनकी बेटियां वाकई डकैत थी या मामला कुछ और था बड़ा अफसोस होया ਤੁਹਾਡੀਆਂ बेटियां दे नाल जो भी होया ਤੁਹਾਡੀਆਂ बेटियां चोर सी डकैत सी नहीं मैडम नशा करदियां सी नहीं करदियां सी कोई नशा नहीं करदी सी कोई चोरी नहीं करदियां सी काम ते जांदियां सी पिलशना वगैरह बेचदियां सी पेंसिलां ਵੇਚਦੀਆਂ ਸੀ बेचदियां सी ਇਹ ਜਿਹੜੇ ਇਸ਼ਾਰਿਆਂ ਤੇ ਖੜੀਆਂ ਹੁੰਦੀਆਂ ਨੇ ਅੱਛਾ ਇਹ ਉਹਨਾਂ ਦਾ ਕੰਮ ਸੀ 1500 ਰੁਪਏ ਸ਼ਾਮ ਨੂੰ ਰੋਟੀ ਘਰ ਸਾਡੇ ਪੱਕ ਜਾਂਦੀ ਸੀ ਕਦੇ ਕਦੇ ਸਾਡੇ ਘਰ ਰੋਟੀ ਨਹੀਂ ਪੱਕਦੀ ਸੀ ਤੇ ਆਮਨਾ ਜਿਹੜੀ ਉਹ ਮੈਡੀਸਿਨ ਲੈ ਲੈਂਦੀ ਸੀ ਉਹਦਾ ਅੱਬਾ 15 ਸਾਲ ਤੋਂ ਉਹਦਾ ਅੱਬੂ ਫਾਲੇ ਦਾ ਮਰੀਜ਼ ਹੈਗਾ ਸੀ ਕੋਈ ਸਾਡਾ ਨਹੀਂ ਸਾਡੇ ਘਰ ਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਸਾਡੇ ਘਰ 'ਚ ਕੀ ਹੈ ਗਰੀਬਤ ਹੈ ਇਸ ਗਰੀਬਤ ਦੇ ਵਿੱਚ ਵੀ ਸਾਡੇ ਮਗਰ ਇੰਨਾ ਇਸਲਾਮ ਲਾਇਆ ਗਿਆ ਸਾਨੂੰ ਕਹਿੰਦੇ ਨੇ ਕਿ ਤੁਸੀਂ ਚੋਰੀ ਕਰਦੇ ਜੇ ਡਕੈਟ ਜੇ ਨਸ਼ਾ ਕਰਦੇ ਜੇ ਕੋਈ ਨਸ਼ਾ ਨਹੀਂ ਕਰਦੀ ਅਸੀਂ ਨੋ ਹੈਗੀ ਮੇਰੀ ਅਨਮੋਲ ਉਹਦੀ ਛੋਟੀ ਜਿਹੀ ਬੱਚੀ ਹੈਗੀ ਉਹ ਦੁੱਧ ਪਿਆਉਂਦੀ ਸੀ ਕੋਈ ਨਸ਼ਾ ਨਹੀਂ ਕਰਦੀ ਸੀ ਮੇਰੀ ਆਪਣੀ ਬੱਚੀ ਕੋਈ ਨਸ਼ਾ ਨਹੀਂ ਕਰਦੀ ਸੀ ਕੋਈ ਡੋਜ਼ ਨਹੀਂ ਖਾਂਦੀ ਸੀ ਐਵੇਂ ਪੁਲਿਸ ਨੇ ਇਲਜ਼ਾਮ ਲਾ ਕੇ ਉਹਨਾਂ ਦੇ ਉੱਤੇ ਨਾ ਪੁਲਿਸ ਨੇ ਕਿਉਂ ਇਲਜ਼ਾਮ ਲਾਇਆ ਦੇਖੋ ਤੇ ਬੜੇ ਮੁਲਜ਼ਮ ਫੜੇ ਜਾਂਦੇ ਨੇ ਨਾ ਤੇ ਉਹਨਾਂ ਨੇ ਤੁਹਾਡੀਆਂ ਬੇਟੀਆਂ ਦੇ ਉੱਤੇ ਇਲਜ਼ਾਮ ਕਿਉਂ ਲਗਾਇਆ ਉਹਨਾਂ ਨੇ ਉੱਥੋਂ ਪਤਾ ਨਹੀਂ ਕਿੱਥੋਂ ਪਕੜੀਆਂ ਇਹਨੇ ਤੇ ਉਹਨਾਂ ਆਪਣੀ ਰਿਆਸਤ ਵਿੱਚ ਲੈ ਕੇ ਗਏ ਨੇ ਉੱਥੇ ਉਹਨਾਂ ਦੀ ਰਿਆਸਤ ਵਿੱਚ ਜੋ ਵੀ ਹੋਇਆ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਜੋ ਚੋਰੀ ਕਰਦੀਆਂ ਪਈਆਂ ਨੇ ਜਾਂ ਕੋਈ ਡਕੈਤੀ ਕਰਦੀ ਫਿਰ ਸਾਨੂੰ ਦੱਸਣ ਨਾ ਉਹਨਾਂ ਨੂੰ ਸਜ਼ਾ ਦੇਵਣ ਉਹਨਾਂ ਨੂੰ ਮਾਰਨ ਤਾਂ ਨਾ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਤੁਹਾਡੀਆਂ ਬੇਟੀਆਂ ਨੂੰ ਪਕੜ ਲਿਆ ਗਿਆ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਹਨੇ ਪੁਲਿਸ ਵਾਲਿਆਂ ਨੇ ਕੀ ਕਿਹਾ ਉਹਨਾਂ ਕਿਹਾ ਕਿ ਤੁਹਾਡੀ ਬੱਚੀਆਂ ਇੱਧਰ ਪਕੜੀਆਂ ਹੋਈਆਂ ਨੇ ਮੱਲੇ ਵਾਲਿਆਂ ਨੇ ਉਹਨਾਂ ਤੇ ਚੋਰੀ ਦਾ ਇਲਜ਼ਾਮ ਲਗਾਇਆ ਤੁਸੀਂ ਆ ਕੇ ਛੁਡਾ ਜਾਓ
ਅਸੀਂ ਉੱਥੇ ਗਏ ਆ ਛੁਡਾਉਣ ਵਾਸਤੇ। ਉਹਨਾਂ ਨੇ ਸਾਨੂੰ ਕਿਹਾ ਕਿ ਜਿਹੜਾ ਹੈ ਨਾ FIR ਸਾਡੇ ਹੱਥ ਫੜਾ ਦਿੱਤੀ ਨੇ ਕਿ ਤੁਸੀਂ ਜਾਓ, ਤੇ ਜਿਹੜਾ ਹੈ ਨਾ ਕਿਸੇ ਹੋਰ ਦੀ FIR ਉਹਨਾਂ ਸਾਨੂੰ ਪਕੜਾ ਦਿੱਤੀ ਕਿ ਤੁਹਾਡੀ ਕੁੜੀਆਂ ਵਕੀਲ ਕਰੋ ਤੇ ਸਵੇਰ ਜੇਲ੍ਹ ਅਸੀਂ ਭੇਜ ਦਿੱਤੀਆਂ, ਸਵੇਰ ਆ ਜਾਣਗੀਆਂ ਛੋੜ। ਅੱਛਾ, FIR ਤੁਹਾਨੂੰ ਕਿਸੇ ਹੋਰ ਦੀ ਦੇਤੀ ਹੈ, ਤੁਹਾਡੀ ਬੇਟੀਆਂ ਦੀ FIR ਨਹੀਂ ਸੀ, ਜਦ ਕਿ ਬੇਟੀਆਂ ਜਿਹੜੀਆਂ ਨੇ ਉਹ ਤੁਹਾਡੀਆਂ ਫੌਤ ਹੋ ਚੁੱਕੀਆਂ ਸੀ, ਮਰ ਚੁੱਕੀਆਂ ਸੀ। ਸਾਨੂੰ ਨਹੀਂ ਪਤਾ ਸੀ, ਪੁਲਿਸ ਨੂੰ ਪਤਾ ਸੀ ਕਿ ਮਰ ਚੁੱਕੀਆਂ ਨੇ, ਸਾਨੂੰ ਇਹੋ ਹੀ ਪਤਾ। ਮੈਂ ਉਹੀ ਕਹਿ ਰਹੀ ਹਾਂ ਨਾ ਕਿ ਪੁਲਿਸ ਨੇ ਤੁਹਾਨੂੰ ਇਹ ਕਿਹਾ ਕਿ ਅਸੀਂ ਇਹ ਜੇਲ੍ਹ ਭੇਜਤੀਆਂ। ਸਵੇਰ ਤੁਸੀਂ ਜ਼ਮਾਨਤ ਕਰਾ ਲਵੇ ਜੇ ਵਕੀਲ ਕਰਕੇ। ਅੱਛਾ, ਜਦੋਂ ਅਸੀਂ ਉਹ FIR ਘਰ ਲੈ ਕੇ ਆਏ, ਮੇਰਾ ਭਾਈ ਸੀ ਉਹ ਥੋੜਾ ਬਗਣਾ ਪੜਾ ਹੋਇਆ ਸੀ 4-5, ਉਹਨੂੰ ਮੈਂ ਪੜਾਈ, ਉਹਨੇ ਕਿਹਾ ਤੇ ਆਮਨਾ ਹੋਰਾਂ ਦੀ ਤੇ ਅਨਮੋਲ ਦੀ FIR ਹੀ ਨਹੀਂ, ਤੁਹਾਡੀ ਬੇਟੀਆਂ ਦੀ FIR ਹੀ ਨਹੀਂ ਸੀ। ਨਹੀਂ ਸੀ। ਹਾਂ, ਜਦੋਂ ਅਸੀਂ ਇੱਥੇ ਘਰ ਆਏ ਤੇ ਫਿਰ ਬਾਅਦ ਵਿੱਚ ਫੋਨ ਆ ਗਿਆ ਕਿ ਤੁਹਾਡੀ ਬੱਚੀਆਂ ਦੀ ਡੈਥ ਹੋ ਗਈ, ਤੁਸੀਂ ਹਸਪਤਾਲ ਵਿੱਚ ਆਪਣੀ ਬੱਚੀਆਂ ਦੀ ਸ਼ਨਾਖਤ ਕਰ ਲਓ ਜਾ ਕੇ। ਅੱਛਾ, ਇਹ ਸਾਰਾ ਤੁਹਾਨੂੰ ਦੱਸਿਆ ਕਿ ਤੁਹਾਡੀਆਂ ਬੇਟੀਆਂ ਕਿਉਂ ਫੌਤ ਹੋਈਆਂ ਨੇ, ਕਿਹਦੀ ਵਜ੍ਹਾ ਨਾਲ ਉਹਨਾਂ ਦੀ ਡੈਥ ਹੋਈ? ਕੋਈ ਨਹੀਂ, ਸਾਨੂੰ ਨਹੀਂ ਦੱਸਿਆ ਗਿਆ, ਸਾਨੂੰ ਇਹ ਹੀ ਦੱਸਿਆ ਗਿਆ ਕਿ ਤੁਹਾਡੀਆਂ ਬੱਚੀਆਂ ਨਸ਼ਾ ਕਰਦੀਆਂ ਸੀ। ਅਸੀਂ ਮੌਕੇ ਤੇ ਕਹਿੰਦੇ ਸੀ ਕਿ ਸਾਡੀਆਂ ਬੱਚੀਆਂ ਕੋਈ ਨਸ਼ਾ ਨਹੀਂ ਕਰਦੀਆਂ ਸੀ। ਸਾਨੂੰ ਪਹਿਲਾਂ ਇਹਨਾਂ ਨੇ ਇਹ ਦੱਸਿਆ ਕਿ ਬੱਚੀਆਂ ਨਸ਼ਾ ਕਰਦੀਆਂ, ਫਿਰ ਆਂਦੇ ਨਾਲ ਹਾਰਟ ਅਟੈਕ ਨਾਲ ਫੌਤ ਹੋਈਆਂ। ਹਾਰਟ ਅਟੈਕ ਨਾਲ? ਹਾਂ, ਫਿਰ ਉਹਨਾਂ ਕਿਹਾ ਕਿ ਹਾਰਟ ਅਟੈਕ ਨਾਲ ਪਹਿਲੇ ਨਸ਼ਾ ਕਰਦੇ ਰਹੇ, ਫਿਰ ਉਹਦੇ ਬਾਅਦ ਕਿਹਾ ਕਿ ਹਾਰਟ ਅਟੈਕ ਨਾਲ ਫੌਤ ਹੋਈਆਂ। ਤੇ ਹਾਰਟ ਅਟੈਕ ਨਾਲ ਦੋਨਾਂ ਨੂੰ ਮਤਲਬ ਇਕੱਠਾ ਹੀ ਹਾਰਟ ਅਟੈਕ ਹੋਇਆ? ਇਹ ਤਾਂ ਅਸੀਂ ਮੈਡਮ ਜੀ ਆਖਨੇ ਆ ਕਿ ਇੱਕ ਨੂੰ ਹੋਵੇ ਹਾਰਟ ਅਟੈਕ, ਦੋਨੋਂ ਨੂੰ ਤਾਂ ਨਹੀਂ ਹੋ ਸਕਦਾ ਨਾ। ਇਹ ਸਾਡਾ, ਸਾਨੂੰ ਇਨਸਾਫ ਚਾਹੀਦਾ ਹੈ, ਸਾਡੇ ਬੱਚਿਆਂ ਨਾਲ ਨਜਾਇਜ਼ ਹੋਈ ਹੈ। ਅਸੀਂ ਇਹ ਆਨੇ ਆ ਕਿ ਜਿਹੜਾ ਨਾ ਇਲਜ਼ਾਮ ਲੱਗਿਆ ਗਿਆ, ਪਤਾ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਮਾਰਾ ਗਿਆ। ਜਦੋਂ ਅਸੀਂ ਗਏ ਨਾ ਹਸਪਤਾਲ ਉਹਨਾਂ ਨੂੰ ਬਾਡੀ ਚੈੱਕ ਕਰਨ ਵਾਸਤੇ, ਇੱਕ ਬੱਚੀ ਦੇ ਨਿਸ਼ਾਨ ਆ ਗਏ ਸੀ ਚਿਹਰੇ ਤੇ, ਤੇ ਜਿਹੜੀ ਨਿਸ਼ਾਨ ਕਿਸ ਚੀਜ਼ ਦੇ ਸੀ? ਨੀਲ ਲੈ ਗਏ ਸੀ ਇੱਥੇ ਚਿਹਰੇ ਦੇ ਉੱਤੇ, ਕੰਨਾਂ ਉੱਤੇ ਨੀਲ ਲੈ ਗਏ ਸੀ, ਤੇ ਜਿਹੜੀ ਆਮਨਾ ਸੀ ਨਾ ਉਹਦੇ ਮੂੰਹ ਨਾਕੀ ਚ ਖੂਨ ਹੋਏਗਾ ਸੀ ਤੇ ਮੂੰਹ ਦੇ ਉੱਤੇ ਸਾਰਾ ਜਾ ਰਿਹਾ ਸੀ। ਜਦੋਂ ਅਸੀਂ ਉਹਨਾਂ ਦੇ ਜਾਂਦੇ ਤੇ ਚਿਹਰੇ ਚੈੱਕ ਕੀਤੇ ਹਸਪਤਾਲ ਸ਼ਰਦਖਾਨੇ ਜਦੋਂ ਗਏ ਸੀ ਨਾ, ਉਦੋਂ ਅਸੀਂ ਉਹਨਾਂ ਦੇ ਚਿਹਰੇ ਚੈੱਕ ਕੀਤੇ ਨੇ, ਉਹਨਾਂ ਦੇ ਬੱਚੀ ਆਮਨਾ ਦਾ ਖੂਨ ਆ ਰਿਹਾ ਸੀ। ਪੁਲਿਸ ਕੀ ਕਹਿੰਦੀ ਸੀ ਤੁਹਾਨੂੰ? ਸਾਨੂੰ ਕਹਿੰਦੀ ਸੀ, ਅਸੀਂ ਪੁੱਛਿਆ ਕਿ ਕਿਉਂ ਖੂਨ ਆ ਰਿਹਾ ਹੈ, ਬੱਚੀ ਇੱਕ ਦੇ ਕੱਪੜੇ ਵੀ ਫੱਟੇ ਹੋਏ ਸੀ ਅਨਮੋਲ ਦੇ। ਸਾਨੂੰ ਕਹਿੰਦੇ ਕਿ ਇਹ ਜਿਹੜਾ ਨਾ ਮੱਲੇ ਵਾਲਿਆਂ ਨੇ ਜਿਹੜਾ ਨਾ ਉਹਨਾਂ ਨੂੰ ਮਾਰਿਆ, ਸਾਨੂੰ ਇਹ ਕਹਿੰਦੇ ਸੀ। जबकि जो फुटेजेस मोहल्ले के सामने आई हैं, CCTV फुटेजेस, उसके अंदर देखा जा सकता है कि किसी मोहल्ले वाले ने उनको कुछ नहीं कहा। थोड़ी बहुत झड़प जरूर हुई थी, लेकिन पीछे से लोग भी कहते रहे कि नहीं, इनको कुछ नहीं कहना। तो अगर उन्होंने इस तरह की कुछ चीज की होती, उनके कपड़े फाड़े होते या इस तरह का तशद्दुद होता कि दोनों हार्ट फेल होके उनकी डेथ हो जाती है, किसी और वजह से डेथ हो जाती, तो यकीनन ये भी चीज सबके सामने आती। जब कपड़े फटने की या उन बच्चियों के ऊपर तशद्दुद करने की कोई फुटेज अभी तक सामने नहीं आई है, तो पुलिस वालों ने कैसे ये बात कह दी कि मोहल्ले वालों ने उन पर तशद्दुद किया था जिसकी वजह से कपड़े फटे? ताड़ी बेटी भी सी? हाँ जी। आमना? अनमोल ताड़ी बेटी हाँ जी। नशा भी करती? नहीं करते सी नशा। जे नशा करे तो फिर वीडियो दे विच ठीक ठाक टुरते ले जा रहे ना, नशा करे तो आदमी डिग पैंदा। अच्छा, मैनू ਇਹ ਦੱਸੋ, ਤੁਸੀਂ ਜਦੋਂ ਆਪਣੀ ਬੇਟੀ ਨੂੰ ਦੇਖਿਆ, ਯਾਨੀ ਕਿ ਦੋਨੋਂ ਬੱਚਿਆਂ ਨੂੰ ਦੇਖਿਆ ਫੌਤ ਹੋਣ ਤੋਂ ਬਾਅਦ ਨਾ? नहीं देखा ਸਾਨੂੰ सानू उन्होंने दिखाए नहीं, उन्होंने पुलिस स्टेशन सानू मंगाया तो उन्होंने सानू बच्चियां दे मत्थे नहीं लाया। ਕਿਉਂ ਤੁਸੀਂ ਕਿਹਾ ਨਹੀਂ ਕਿ ਸਾਡੀਆਂ ਬੇਟੀਆਂ ਦਿਓ? क्या भी साडी बच्चियां नू सानू दिखावो, सानू मिलावो, जो उन्होंने चोरी की सानू विखावो ना, ते कहंदे ने ओ ना ਅਸੀਂ जेल भेज ਦਿੱਤੀਆਂ ਨੇ ਬੱਚੀਆਂ। ਉਦੋਂ ਸਾਨੂੰ ਦਿਖਾਉਂਦੇ ਨਾ ਵੀ ਇਹ ਬੱਚੀਆਂ ਤੁਹਾਡੀ ਚੰਗੀਆਂ ਬਲੀਆਂ ਬੈਠੀਆਂ, ਉਦੋਂ ਪਤਾ ਨਹੀਂ ਕੀ ਉਹਨਾਂ ਨਾਲ ਕੀਤਾ ਨੇ ਕੀ ਨਹੀਂ। ਜੇਲ੍ਹ ਦੇ ਵਿੱਚੋਂ ਫਿਰ ਉਹ ਹਸਪਤਾਲ ਕਿਸ ਤਰ੍ਹਾਂ ਪਹੁੰਚ ਗਈ? ਜੇ ਬਾਜੀ ਨਸ਼ਾ ਕਰਦੀਆਂ ਤੇ ਨੱਕ ਵੱਲੋਂ ਖੂਨ ਆਉਣਾ ਸੀ, ਉਹਨਾਂ ਨੂੰ ਇੱਥੇ ਸੱਟ ਲੱਗਣੀ ਸੀ। ਜੇ ਉਹਨਾਂ ਨਾਲ ਕੁਝ ਕੀਤਾ ਨੇ ਤਾਂ ਉਹਨਾਂ ਦੇ ਨੱਕ ਵੱਲੋਂ ਖੂਨ ਆਇਆ। पुलिस वाले गुसल भी आप करवा के ले आए? ਸਾਨੂੰ ਇਨਸਾਫ ਚਾਹੀਦਾ ਹੈ। पुलिस वाले गुसल भी आप करवा के ले आए? ਹਾਂ, ਉੱਥੇ ਉਹਨਾਂ ਨੇ ਕਰਵਾਇਆ ਸੀ ਗੁਸਲ ਵੀ, ਸਾਨੂੰ ਨਹੀਂ ਪਤਾ। ਤੇ ਨਾ ਉੱਥੇ ਸਾਨੂੰ ਨਾਲ ਹੀ, ਜਦੋਂ ਸਾਡੇ ਨਾਲ ਪਿੰਡ ਗਏ ਨਾ, ਜਨਾਜ਼ੇ ਲੈ ਕੇ ਸਾਡੇ ਨਾਲ ਹੀ ਗਏ ਸੀ। ਇੰਨੀ ਭਾਰੀ ਨਫਰੀ ਸੀ ਨਾ, ਬਹੁਤ ਜ਼ਿਆਦਾ। ਇੱਕ ਨਾਲ ਲਾਸ਼ਾਂ ਦੇ ਨਾਲ ਵੀ ਇੱਕ ਦੋ ਪੁਲਿਸ ਵਾਲੇ ਸੀ, ਜਿਹੜੇ ਸਾਡੀ ਸਾਰੀ ਫੈਮਿਲੀ ਸੀ। ਉਹਨਾਂ ਨੂੰ ਖਰਚਾ ਵੀ ਉਹਨਾਂ ਚਾਹਿਆ, ਗੱਡੀਆਂ ਦਾ ਵੀ ਖਰਚਾ ਉਹਨਾਂ ਚਾਹਿਆ, खफन का भी खर्चा होना चाहिए, कबर कटाई का भी होना चुका है। देखिए नाजरीन, दाल में कुछ काला तो है। पुलिस जो लोगों की जेबें खाली करवाती है, गरीब लोगों को माफी नहीं देती है। गरीब लोग अगर इस तरह से किसी केस में फंस जाएं तो वो कहते हैं कि भावें अपना आप बेचो, साड़ी जेब गर्म करो। तो यहाँ पे पुलिस ने सारा खर्चा किया, उनकी तदफीन का, उनके कफन दफन का, उनके लाहौर से पाक पतन पहुंचाने का, हर चीज का खर्चा
पुलिस ने किया, तो फिर पुलिस ने ये सब कुछ क्यों किया, ये मेरा ख्याल है कि मेरी देखने वाली आवाम बहुत अच्छे तरीके से समझ गई होगी। अच्छा, फिर उसके बाद उसके बाद 2 दिन हो गए उधर ही उन्होंने खेमा लगा के उधर ही बैठे रहे हैं पुलिस वाले। अभी तो नहीं है उधर। अब चले गए हैं, हाँ, अब चले गए हैं। पहले वहीं पे बैठे हाँ, रहे। 3 ਵਜੇ ਸਾਨੂੰ ਕਿਹਾ ਨੇ ਰਾਤ ਨੂੰ ਜਦੋਂ ਅਸੀਂ ਪਹੁੰਚੇ ਆ ਨਾ ਕਹਿੰਦੇ ਸੀ 3 ਵਜੇ ਜਨਾਜ਼ਾ ਕਰੋ। ਅਸੀਂ ਕਿਹਾ ਕਿ ਸਾਡੀ ਫੈਮਿਲੀ ਹੈ, ਸਾਡੀ ਬਿਆਦਰੀ ਹੈ, ਆ ਰਹੀ ਹੈ, ਅਸੀਂ ਰਾਤ ਨੂੰ ਕੀ ਉਹਨਾਂ ਨੂੰ ਆਖਾਂਗੇ ਕਿ ਅਸੀਂ ਰਾਤ ਨੂੰ ਯਾਨੀ ਕਿ ਜਦੋਂ ਤੁਹਾਨੂੰ ਮਈਅਤਾਂ ਦਿੱਤੀਆਂ ਨੇ ਤੇ ਉਹਨਾਂ ਨੇ ਫੌਰਨ ਹੀ ਕਿਹਾ ਕਿ ਫੌਰਨ ਇਹਨਾਂ ਦੀ ਤਦਫੀਨ ਕਰੋ। ਹਾਂ, ਫਿਰ ਅਸੀਂ ਜਿਹੜਾ ਨਾ ਉਹਨਾਂ ਦੇ ਨਾਲ ਕੋ ਥੋੜਾ ਜਿਹਾ ਹੁਣ ਬਹਿਸ ਕੀਤੀ ਵੀ ਜਿਹੜਾ ਨਾ ਅਸੀਂ ਨਹੀਂ ਕਰਦੇ ਇਸ ਤਰ੍ਹਾਂ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਸਵੇਰ 6 ਵਜੇ ਜਨਾਜ਼ਾ ਕਰਾਵਾਂਗੇ। ਫਿਰ 6 ਵਜੇ ਕਰਾਇਆ। ਹਾਂ, 6 ਵਜੇ ਉਹਨਾਂ ਨੇ ਖੁਦ ਜਨਾਜ਼ਾ ਕਰਾ ਕੇ ਜਿਹੜਾ ਨਾ ਕਬਰਾਂ ਵੀ ਕਿਸੇ ਦੀਆਂ ਅੱਗੇ ਕਬਰਾਂ ਹੈਗੀਆਂ ਸੀ ਉਹਨਾਂ ਦੀ ਸਲਫਾਂ ਉਠਾਈਆਂ ਗਈਆਂ ਤੇ ਉੱਥੇ ਕਬਰਾਂ ਇਹਨਾਂ ਨੇ ਆਪ ਖੁਦ ਪਵਾਈਆਂ। ਪਹਿਲੀਆਂ ਕਬਰਾਂ ਜਿਹੜੀਆਂ ਸੀ ਨਾ ਪਹਿਲੇ ਕਬਰਾਂ ਉੱਥੇ ਕਬਰਾਂ ਮੌਜੂਦ ਹੈਗੀਆਂ ਸੀ, ਇਹਨਾਂ ਨੇ ਜਗ੍ਹਾ ਵੀ ਨਹੀਂ ਵੇਖੀ ਕਿ ਅੱਗੇ ਕਬਰਾਂ ਨੇ। ਉਹਨਾਂ ਨੇ ਕਬਰਾਂ ਦੇ ਤੋਂ ਸਲਫਾਂ ਉਠਾ ਕੇ ਤੇ ਉਹਨਾਂ ਦੇ ਬੱਚਿਆਂ ਦੇ ਕਬਰਾਂ ਉੱਤੇ ਇਹਨਾਂ ਖੁਦ ਪਵਾਈਆਂ। ਸਾਨੂੰ ਪਤਾ ਹੀ नहीं, खुद ही सारा किया। खुद ही उन्होंने सारा किया। नाज़रीन, अनमोल का शौहर भी हमारे साथ मौजूद है, इससे भी पूछते हैं कि क्या इनकी बीवी चोर थी, नशई थी? कितने साल हो गए भाई शादी को? साल हो गए। 1 साल हो गया। हाँ, नशा करती थी? नहीं नशा नहीं कर, अल्लाह को हाजिर नाजिर जान के बोल रहे हैं। अल्लाह को नाज़र नाज़र ही बोल रहा, नशा नहीं कर, चोरी भी नहीं करती थी? चोरी भी नहीं कर। ये जो इल्जाम लगे हैं आपकी बीवी पे, ਇੰਜ ਕੂੜੇ ਇਲਜ਼ਾਮ ਲੱਗੇ ਨੇ, ਇਹਨਾਂ ਨੇ ਖੁਦ ਮਾਰੀਆਂ ਹੈਗੀਆਂ ਤੇ ਕਹਿ ਰਹੇ ਹੈਗੇ ਵੀ ਨਸ਼ਾ ਕਰਦੀਆਂ ਹੈਗੀਆਂ ਸੀ ਤੇ ਚੋਰੀ ਕਰਦੀਆਂ ਹੈਗੀਆਂ ਸੀ। ਚੋਰੀ ਕਰਦੇ ਹੁੰਦੇ ਸਾਡੇ ਇੰਜ ਤੇ ਹੁਣ ਹੈਗੇ ਸੀ ਘਰ। ਮੇਰੀ ਗੱਲ ਸੁਣੋ, ਸੀ ਤੇ ਬੱਚੀ ਮਾਸੂਮ ਹੈ, ਇਹਨਾਂ नशा करती नहीं, मां चोरी कर दी मैंने। ਬੱਚੀ ਦੁੱਧ ਪੀਂਦੀ ਹੈਗੀ ਸੀ ਆਪਣੀ ਅੰਮੀ ਦਾ। बच्ची माँ का दूध पीती थी? ਹਾਂ, ਮੇਰੀ ਗੱਲ ਸੁਣੋ ਨਾ, ਜੇ ਨਸ਼ਾ ਕਰਦੀ ਹੁੰਦੀ ਤੇ ਦੁੱਧ ਹੀ ਉਹਨੇ ਪਿਆਣਾ ਹੈਗਾ ਸੀ। ਐਡੀ ਇੱਕ ਬੱਚੀ ਹੁੰਦੀ ਹੋਣੀ ਹੈਗੀ ਸੀ ਜੇ ਨਸ਼ਾ ਕਰਦੀ। इसकी उम्र कितनी बच्ची की? ਇਹ 4 ਮਾਹ 4 ਮਹੀਨੇ ਦੀ ਹੈਗੀ। ये इस चीज का गुनाह किसके सर पर है? डीआईजी साहब, डीआईजी फैसल कामरान साहब, मुझे बताइए कि वो जो जुल्म हुआ जो इस बच्ची के साथ जुल्म हुआ कि माँ का दूध पीती हुई बच्ची, उसकी माँ को उससे छीन लिया गया, सोचे ये कितना बड़ा जुर्म है। ਮੈਂ ਦੁੱਧ ਹੁਣ ਮਰੀਮ ਨਵਾਜ਼ ਕਿੱਥੋਂ ਪਿਆਵਾਂ? ਜਾਂ ਤੂੰ ਆ ਕੇ ਤੇ ਇਹਨੂੰ ਪਾਲ, ਇਹਨੂੰ ਤੂੰ ਸਾਰਾ ਕੁਝ ਕਰ। ਮੇਰੀ ਗੱਲ ਸੁਣ, ਤੇ ਇਹਦੀ ਮਾਂ ਮੇਰੇ ਤੋਂ ਵੱਡੀ ਹੋ ਕੇ ਕੀ ਪੁੱਛੇਗੀ ਮੇਰੀ ਮਾਂ ਨੂੰ ਕੀ ਦੇ ਕਿੰਜ ਹੋਇਆ, ਕਿੰਜ ਮਰੀ ਹੈਗੀ ਜਾਂ ਕੀ ਕੀਤਾ ਗਿਆ? ਮੈਂ ਕੀ ਜਵਾਬ ਦਿਆਂ? ਜਦੋਂ ਮਰੀਮ ਨਵਾਜ਼ ਦੀ ਰਿਆਸਤ ਹੈ ਗਈ ਸੀ अभी ये बच्ची, अभी तुम इसकी माँ इस दुनिया में नहीं रही है, तो अभी ये कैसे, मतलब कौन सा दूध पी रही है, क्या कर रही है? ਇਹ ਨਾ ਦੂਸਰਾ ਦੁੱਧ ਪੀ ਰਹੀ, ਖੁੱਲਾ ਦੁੱਧ पी लेती वो? कभी नहीं पीती, कभी पी लेती है। क्या कहना चाहेंगे? जुल्म हुआ है, ज्यादती हुई है, क्या कहना? ਜ਼ੁਲਮ ਹੈ, ਸਾਨੂੰ ਇਨਸਾਫ ਚਾਹੀਦਾ ਹੈ। ਮਰੀਮ ਨਵਾਜ਼ ਅੱਗੇ ਸਾਡੀ ਅਪੀਲ ਹੈ, ਸਾਨੂੰ ਇਨਸਾਫ ਦਿਆ ਜਾਏ। फिर वो मरियम नवाज साहबा बेचारी क्या करे, वो तो अहकामात दे देती हैं, ठीक है, वो कह देती हैं कि जी अच्छा फलां को मुअत्तल कर दो, फलां थाने के बंदों को मुअत्तल कर दो, वो मुअत्तल हो जाते हैं, उसके बाद कुछ देर बाद फिर आ जाते हैं। ये तो इंसाफ नहीं है। यहाँ पे आए रोज पुलिस वाले जो है वो ही इस तरह खवातीन को मार रहे हैं। ਸਾਡੀਆਂ ਬੱਚੀਆਂ ਨੂੰ ਮਾਰਾ ਇਹਨੇ, ਉਵੇਂ ਉਹਨਾਂ ਨੂੰ ਵੀ ਉਵੇਂ ਮੌਤ ਆਵੇ ਨਾ ਤੇ ਸਾਨੂੰ ਵੀ ਹੌਸਲਾ ਆਵੇ। किन्नू मौत आ गई? ਜਿਹੜੇ ਪੁਲਿਸ ਵਾਲਿਆਂ ਨੇ ਮਾਰਾ ਸਾਡੀ ਬੱਚੀਆਂ ਨੂੰ, ਉਹਨਾਂ ਨੂੰ ਵੀ ਉਵੇਂ ਮੌਤ ਆਵੇ ਤੇ ਸਾਨੂੰ ਵੀ ਹੌਸਲਾ ਆਵੇ ਵੀ ਜਿਹੜੀਆਂ ਸਾਡੀ ਨਾ ਬੱਚੀਆਂ ਨੂੰ ਉਹ ਜੇ ਉਹਨਾਂ ਕੋਲ ਹੈਗੇ ਸੀ ਨਾ ਇਨਸਾਫ਼ ਸਾਡੇ ਕੈਮਰੇ, ਬੱਚਿਆਂ ਨੂੰ ਜਦੋਂ ਮਿਲੇ। ਉਹਨਾਂ ਦੀ ਤਬੀਅਤ ਖਰਾਬ ਹੋਈ ਸਾਨੂੰ ਉਹ ਚੈੱਕ ਕਰਾਉਣ, ਜਦੋਂ ਉਹਨਾਂ ਦੀ ਜਿਹੜਾ ਨਾ ਮਰਦੀਆਂ ਪਈਆਂ ਸਾਨੂੰ ਉਹ ਚੈੱਕ ਕਰਾਉਣ। ਉਹਨਾਂ ने नशा किया, ਅਸੀਂ बेहोश ਹੋਈਆਂ ਪਈਆਂ ਸੀ, मुंह से झाग निकल रही थी, ये बोलते हैं ना उनके मुंह से झाग निकल रही थी, वो चेक कराया ना हमारे को, ये तुम्हारी बच्ची की है या कोई लेडीज उस नाल पुलिस है बच्चियां नाल, वो भी सानू चेक करावन, सानू यकीन आवे। सानू की पता साडी बच्चियां नू किस तरह मारे ने, जुल्म कीता ने, उन्हां नाल शिद्दत कीती ने, उन्हां नाल की कीता ने, सानू नहीं पता, सानू सब्र नहीं आ रहा। ये गरीब है ना, इसलिए इनकी आवाज को भी दबाया जा रहा है, इनको कोई चीज नहीं दिखाई जा रही, जबकि पुलिस स्टेशन के अंदर कैमरेस लगे होते हैं। फिर जिस गली के अंदर इनके साथ ये सारा वाकया हुआ है, इनकी बेटियों के साथ जो मामला हुआ है, वहां पे भी कैमरास होंगे। तो अगर इनकी बेटियां चोर थी, इनकी बेटियां नशई थी, तो लाजमी बात है कि वो पुलिस स्टेशन के अंदर वो सारी फुटेजेस होगी। लेकिन एक हमारे जो बड़े अच्छे बड़े काबिल
यासिर शामी हैं, उन्होंने अपनी वीडियो के अंदर तमाम हकाइक बताए हैं और इन्होंने यासिर शामी ने पुलिस को आईना दिखाया है। जो काम पुलिस का था वो यासिर शामी ने किया। अब वो यासिर शामी ने कल कहा कि मैं अपना काम कर चुका हूँ, अब आपका काम है, अब ये आपके हवाले है। उन्होंने एक एक सबूत दिखाए हैं कि किस तरह से पुलिस ने इनकी बेटियों के साथ ज्यादती की है। मैं आपको ये भी दिखाती हूँ कि ये जी चोरों का इलाका है। ये इनकी बेटियां चोरी करती थी, इनकी बेटियां नशा करती थी और ये देखें कि ये किस जगह पे रहती हैं। गंदा पानी है। ये देखिए जरा इनकी फैमिली किस तरह गंदगी में बैठी हुई है। तो ये डकैत हैं, ये चोर है। अगर वो दो बहनें चोर थी तो मेरा ख्याल है कि यहाँ पे इस गंद के अंदर बैठी हुई है। हर औरत यहाँ पे डकैत है, हर औरत यहाँ पे चोर है। ये देखिए जरा, जब बारिश होती है तो फिर ये कहाँ पे जाते हैं? बारिश होती है, गीला, सब कुछ गीला हो जाता है। इतना पानी आ जाता है। हाँ। मैडम साहब मैं एक और गल कर रही कि मेरी एक वीडियो ਦੇ ਵਿੱਚ ਮੇਰੀ ਆਮਨਾ ਬੇਟੀ ਕੀ ਕਹਿੰਦੀ ਪਈ ਉਹ ਪੁਲਿਸ ਵਾਲੇ ਨੂੰ ਕਿ ਮੈਂ ਆਪਣੇ ਭਾਈਆਂ ਦੇ ਖਫਨ ਤੇ ਲਾਵਾਂ ਕਿ ਮੇਰੇ ਕੋਲ ਪੈਸੇ ਹੋਣ। ਉਹ ਆਖਦੀ ਪਈ ਉਹਨੂੰ ਸੂਰਤ ਹੈ ਤਾਂ ਇੰਨੀ ਕਸਮ ਚਾਹ ਰਹੀ ਹੈ ਕਿ ਮੈਂ ਆਪਣੇ ਭਾਈਆਂ ਦੇ ਖਫਨ ਤੇ ਲਾਵਾਂ ਕਿ ਮੈਂ ਪੈਸਾ ਤੁਹਾਡਾ ਚੋਰੀ ਕੀਤਾ। ਫਿਰ ਵੀ ਇਹਨਾਂ ਨੂੰ ਯਕੀਨ ਨਹੀਂ, ਪੁਲਿਸ ਵਾਲਾ ਨੂੰ ਆਇਆ ਤੇ ਮੇਰੀ ਬੱਚੀਆਂ ਦੀ ਨਜ਼ਰ ਮੈਂ ਬੜੀ ਮਜਬੂਰ ਹਾਂ। ਮੈਨੂੰ ਇਨਸਾਫ ਚਾਹੀਦਾ। इंसाफ मांग किससे रही है? इंसाफ देने वाले खुद दरिंदे बने हुए हैं। किससे इंसाफ मांग रही है? किससे लग रहा है कि आपको इंसाफ मिलेगा? पुलिस स्टेशन जहाँ पे ये गरीब लोग जाते हैं कि हमें इंसाफ मिलेगा, लेकिन वो ही इन लोगों के दुश्मन है, इन लोगों को मारते हैं अंदर ही, मार कुट के तो बस कहते हैं अपनी धीयां ले जाओ ਜਿਹੜੀਆਂ ਲਵਾਰਸ ਨੇ। ਨਵਾਜ਼ ਦੀ ਜਦੋਂ ਦੀ ਇਹ ਬੈਠੀ ਹੈ ਨਾ ਉਦੋਂ ਦਾ ਹਰ ਨਾਲ ਇਹਨੇ ਤੇ ਕਿਹਾ ਕਿ ਮੈਂ ਮਾਂ ਬਣ ਕੇ ਵਿਖਾਵਾਂਗੀ, ਮੈਂ ਇਹਨਾਂ ਦੀ ਮਾਂ, ਇਹਨਾਂ ਔਰਤਾਂ ਦੀ ਮੈਂ ਮਾਂ ਹੈਗੀ ਆ। ਤੇ मरियम नवाज साहबा फिर माँ बन के दिखाए ना। सिर्फ कह देना काफी नहीं होता कि मैं माँ हूँ और औरत मेरी रेड लाइन है। यहाँ पे आपकी रेड लाइन को बार बार क्रॉस किया जा रहा है, बार बार आपकी रेड लाइन को पैरों के नीचे कुचला जा रहा है। ये भी रेड लाइन है, ये भी आपकी माँ की जगह पर है। ਸਾਡਾ ਕੋਈ हुकूमत का कोई बंदा आया? ਨਹੀਂ ਆਇਆ, ਨਹੀਂ ਕੋਈ कोई नहीं आया। ਕੋਈ ਨਹੀਂ ਆਇਆ। ਸਾਡੇ ਗਰੀਬਾਂ ਦੀ ਕਿਸੇ ਨੇ ਸੁਣੀ ਨਹੀਂ, ਕੋਈ ਸੁਣ ਹੀ ਨਹੀਂ ਰਿਹਾ ਕਿ ਜੇ ਪਤਾ नहीं पुलिस का अच्छा, पुलिस जब दफना के चली गई उसके बाद कोई पुलिस वाला भी यहाँ पे नहीं आया? नहीं आया, नहीं आया, आपको किसी इदारे ने बुलाया भी नहीं? नहीं बुलाया। ये है बेहिसी हमारे इदारों की, ये है बेहिसी हमारी हुकूमत की। फिर मरियम नवाज साहबा बड़ी माजरत के साथ आप कहती हैं कि औरत मेरी रेड लाइन है। ये रेड लाइन इसलिए थी कि ये यहाँ पे बैठ के आपको दुहाइयां दे, ये हाथ जोड़े। ये गरीब इंसान जिसकी आवाज को दबाने की कोशिश की जा रही है, जिनके साथ जुल्म हुआ है, ये छोटी बच्ची। मेरी जगह मेरी बहू है ना, वो है छोटी सी बच्ची चढ़ के गई है। मैनू किस तरह पाला? मेरा बंदा मुताज है, मैनू किस तरह पाला? मैं अपनी धी नू रोवा, मैं अपनी नौ नू रोवा, मैं की करा? मैं अब मर रही हूं। बेटी भी गई और बहू भी गई। वो भी गई। मेरी आरती जड़ी ना जद निकलती पी, मैं एक बहुत बड़ी हुई। मेरी सांस निकलती है, मैं तो बोला नहीं जाता। मेरा अल्लाह तो सवार रही सी, मेरी बच्ची मेरी रोटी ला के देती। मेरा बंदा जड़ा 15 साल तो मुताज है, ना टुर सकता है, ना बोल सकता है, ना जड़ा है ना चल सकता है। उन्हें मेडिसिन मेरी बच्ची में से पूरी करती थी। बेटी मांग के लाके देती। पिलसना वगैरह सेल करती थी शहरों में, महल्लों में। कोई चोरी नहीं करती थी मेरी बच्ची। जड़ा ने इन्होंने नजायज में इस्लाम ला के मेरी बच्ची ने मारा गया। मरियम नवाज साहबा हाँ, गेट जेड़े होंदे ने उन्हां दी इन्नी नहीं उम्र होंदी, थोड़ी थोड़ी। क्या उम्र थी आपकी? 20 साल मेरी बच्ची दी थी, 18 साल इसकी बच्ची। डीआईजी फैसल कामरान साहब, आज मुझे बड़ी मजबूरी से ये बात कहनी पड़ रही है कि इनकी बेटियों की, यानी कि इनकी बहू और इनकी बेटी का खून आपके महकमे के जो ऑफिसरान हैं जिन्होंने उन पे जुल्म किया है, उनको मारा है, इनका खून उनके गर्दन पर है। इस वीडियो को शेयर कर दीजिएगा। बुशरा शकील को इजाजत दीजिए। अल्लाह हाफिज।